Hello everyone, so let's continue with gametogenesis. In the last class we have discussed about oogenesis, how ovum get formed. We have seen about that. It was not completed fully, so let's discuss it now. ਜਿਵੇਂ ਕਿ ਆਪਾਂ ਦੇਖਿਆ ਸੀ ਜਿਹੜੇ ਪ੍ਰੀਮੋਰਡੀਅਲ ਜਿਹੜੇ ਓਗੋਨੀਅਮ ਹੁੰਦੇ ਨੇ ਜਿਹਨੂੰ ਆਪਾਂ ਪ੍ਰੀਮੋਰਡੀਅਲ ਜਰਮ ਸੈਲਸ ਕਹਿੰਦੇ ਨੇ, ਠੀਕ ਹੈ, ਇਹ ਅੱਗੇ ਮਲਟੀਪਲਾਈ ਹੁੰਦੇ ਨੇ, ਠੀਕ ਹੈ, ਮਲਟੀਪਲਾਈ ਹੁੰਦੇ ਨੇ ਤੇ ਇਹਨਾਂ ਦਾ ਨੰਬਰ ਇਨਕਰੀਜ਼ ਹੁੰਦਾ ਹੈ, ਬਟ ਕਦੋਂ ਤੱਕ ਇਨਕਰੀਜ਼ ਹੁੰਦਾ ਹੈ? ਅਪ ਟੂ 20 ਵੀਕਸ, ਠੀਕ ਹੈ, ਅਪ ਟੂ 20 ਵੀਕਸ ਇਹਨਾਂ ਦਾ ਨੰਬਰ ਕਿੰਨਾ ਹੋ ਜਾਂਦਾ ਹੈ? 6 to 7 ਮਿਲੀਅਨਸ। ਇਸ ਤੋਂ ਬਾਅਦ ਇਹ ਡਿਵਾਈਡ ਹੋਣਾ ਬੰਦ ਹੋ ਜਾਂਦੇ ਨੇ, ਮਲਟੀਪਲਾਈ ਹੋਣਾ ਬੰਦ ਹੋ ਜਾਂਦੇ ਨੇ। ਅੱਗੇ ਜਾ ਕੇ ਆਪਾਂ ਦੇਖਾਂਗੇ ਕਿ ਇੱਕ ਮਤਲਬ ਕਿਹਦੇ ਵਿੱਚ ਕਨਵਰਟ ਹੋਣੇ ਸਟਾਰਟ ਹੋ ਜਾਂਦੇ ਨੇ? ਇਹ ਪ੍ਰਾਇਮਰੀ ਓਸਾਈਟ ਵਿੱਚ ਕਨਵਰਟ ਹੋਣੇ ਸਟਾਰਟ ਹੋ ਜਾਂਦੇ ਨੇ। ਇਹਨਾਂ ਦੇ ਸਰਾਊਂਡਿੰਗ ਯੂ ਕੈਨ ਸੀ, ਇਹਨਾਂ ਦੇ ਸਰਾਊਂਡਿੰਗ ਇੱਕ ਗ੍ਰੈਨੂਲੋਸਾ ਸੈਲਸ ਦੀ ਲੇਅਰ ਡਿਵੈਲਪ ਹੋ ਜਾਂਦੀ ਹੈ, ਠੀਕ ਹੈ। ਜਿਹੜੇ ਪ੍ਰਾਇਮਰੀ ਓਸਾਈਟ ਹੈ ਇਹਦੇ ਆਲੇ ਦੁਆਲੇ ਗ੍ਰੈਨੂਲੋਸਾ ਸੈਲਸ ਦੀ ਲੇਅਰ ਡਿਵੈਲਪ ਹੋ ਜਾਂਦੀ ਹੈ। ਸੋ ਇਹ ਗ੍ਰੈਨੂਲੋਸਾ ਸੈਲਸ ਦੀ ਲੇਅਰ ਕੀ ਕਰਦੀ ਹੈ? ਇਹ ਪ੍ਰਾਇਮਰੀ ਓਸਾਈਟ ਨੂੰ ਪ੍ਰੋਟੈਕਟ ਕਰਦੀ ਹੈ, ਠੀਕ ਹੈ। ਹੁਣ ਆਪਾਂ ਇਹਨੂੰ ਕੀ ਕਹਾਂਗੇ? ਪ੍ਰੀਮੋਰਡੀਅਲ ਫੋਲੀਕਲ ਵੀ ਕਹਿੰਦੇ ਹਾਂ ਆਪਾਂ ਇਹਨੂੰ, ਠੀਕ ਹੈ। ਸੋ ਇਹ ਜਿਹੜਾ ਪ੍ਰੀਮੋਰਡੀਅਲ ਫੋਲੀਕਲ ਹੈ ਇਹ ਬਰਥ ਤੋਂ ਪਹਿਲਾਂ ਦਾ ਸਟੇਜ ਹੈ, ਠੀਕ ਹੈ। ਬਰਥ ਤੋਂ ਪਹਿਲਾਂ ਜਿਹੜੇ ਪ੍ਰੀਮੋਰਡੀਅਲ ਫੋਲੀਕਲ ਬਣ ਜਾਂਦੇ ਨੇ, ਮਤਲਬ ਜਿਨ੍ਹਾਂ ਦੇ ਵਿੱਚ ਪ੍ਰਾਇਮਰੀ ਓਸਾਈਟ ਹੁੰਦਾ ਹੈ, ਠੀਕ ਹੈ। ਆਫਟਰ ਬਰਥ, ਠੀਕ ਹੈ, ਕਹਿ ਲਓ ਆਫਟਰ ਬਰਥ ਜਿਹੜੇ ਨੇ, ਸੋ ਲਾਈਕ ਦਿਸ, ਆਹ ਜਿਹੜੇ ਨੇ ਆਹ ਸਾਰਾ ਕੁਛ ਬਿਫੋਰ ਬਰਥ ਹੁੰਦਾ ਪਿਆ, ਠੀਕ ਹੈ। ਸੋ ਆਫਟਰ ਬਰਥ ਕੀ ਹੁੰਦਾ ਹੈ? ਜਿਵੇਂ ਕਿ ਆਪਾਂ ਆਲਰੇਡੀ ਡਿਸਕਸ ਕੀਤਾ ਸੀ, ਆਫਟਰ ਬਰਥ ਜਿਹੜੇ ਆਪਣੇ ਪ੍ਰੀਮੋਰਡੀਅਲ ਓਗੋਨੀਅਮ ਨੇ, ਆਪਣੇ ਪ੍ਰੀਮੋਰਡੀਅਲ ਫੋਲੀਕਲਸ ਨੇ, ਉਹ 6 to 7 ਮਿਲੀਅਨ ਤੋਂ ਡੀਜਨਰੇਟ ਹੋ ਕੇ ਕਿੰਨੇ ਰਹਿ ਜਾਂਦੇ ਨੇ? ਜਸਟ 2 ਮਿਲੀਅਨ, ਠੀਕ ਹੈ। ਸੋ ਆਫਟਰ ਬਰਥ ਹੁਣ ਜਦੋਂ ਪੁਬਰਟੀ ਏਜ ਆਈ, ਪੁਬਰਟੀ ਏਜ 'ਤੇ ਜਦੋਂ ਆਉਂਦੀ ਹੈ, ਆਹ ਸਾਰੇ ਪ੍ਰੀਮੋਰਡੀਅਲ ਫੋਲੀਕਲ 'ਤੇ ਉਹਦੇ ਵਿੱਚ ਪਾਰਟੀਸੀਪੇਟ ਨਹੀਂ ਕਰ ਸਕਦੇ, ਠੀਕ ਹੈ, ਕਿਉਂਕਿ ਇਹਨਾਂ 'ਚੋਂ ਕਈ ਡੀਜਨਰੇਟ ਹੋ ਜਾਂਦੇ ਨੇ। ਫੋਰ ਐਗਜ਼ਾਮਪਲ ਜਿੱਦਾਂ ਆਹ ਡੀਜਨਰੇਟ ਹੋ ਗਿਆ, ਆਹ ਡੀਜਨਰੇਟ ਹੋ ਗਿਆ, ਆਹ ਵੀ ਡੀਜਨਰੇਟ ਹੋ ਗਿਆ। ਇਹਨੂੰ ਮੌਕਾ ਮਿਲਿਆ ਕਿ ਇਹ ਡਿਊਰਿੰਗ ਪੁਬਰਟੀ ਏਜ ਮੈਂਸਟਰਲ ਸਾਈਕਲ ਵਿੱਚ ਪਾਰਟੀਸੀਪੇਟ ਕਰ ਸਕਦਾ ਹੈ। ਫਿਰ ਕੀ ਹੋਊਗਾ? ਇਹਦੇ ਵਿੱਚ ਕੀ ਚੇਂਜਸ ਹੋਣਗੇ ਕਿ ਆਹ ਜਿਹੜਾ ਪ੍ਰੀਮੋਰਡੀਅਲ ਫੋਲੀਕਲ ਆ ਇਹ ਕਿਹਦੇ ਵਿੱਚ ਕਨਵਰਟ ਹੋ ਜਾਊਗਾ? ਨਾ ਇਟ ਵਿਲ ਬੀ ਗੈਟ ਕਨਵਰਟਡ ਇਨਟੂ ਪ੍ਰਾਇਮਰੀ ਫੋਲੀਕਲ। ਸੋ ਪ੍ਰਾਇਮਰੀ ਫੋਲੀਕਲ ਵਿੱਚ ਕਿੱਦਾਂ ਕਨਵਰਟ ਹੋਊਗਾ ਇਹ? ਕਿ ਇਹਦੇ ਸਰਾਊਂਡਿੰਗ ਜਿਹੜੀ ਗ੍ਰੈਨੂਲੋਸਾ ਸੈਲਸ ਦੀ ਲੇਅਰ ਹੈ ਉਹ ਹੋਰ ਜ਼ਿਆਦਾ ਥਿਕ ਹੋ ਜੂਗੀ, ਹੋਰ ਜ਼ਿਆਦਾ ਗ੍ਰੈਨੂਲੋਸਾ ਸੈੱਲ ਹੋਰ ਜ਼ਿਆਦਾ ਡਿਵਾਈਡ ਕਰਨ ਲੱਗ ਜਾਣਗੇ ਅਤੇ ਬਹੁਤ ਜ਼ਿਆਦਾ ਹੋ ਜਾਣਗੇ, ਨੰਬਰ ਵੱਧ ਜੂ ਉਹਨਾਂ ਦਾ, ਠੀਕ ਹੈ। ਸੋ ਅੰਦਰ ਤੇ ਅਜੇ ਵੀ ਪ੍ਰਾਇਮਰੀ ਓਸਾਈਟ ਹੀ ਹੈ। ਫੋਰ ਐਗਜ਼ਾਮਪਲ ਜੇ ਆਪਾਂ ਪ੍ਰੀਮੋਰਡੀਅਲ ਫੋਲੀਕਲ ਦੀ ਗੱਲ ਕਰੀਏ, ਇਹਦੇ ਵਿੱਚ ਵੀ ਅੰਦਰ ਇਹਦੇ ਪ੍ਰਾਇਮਰੀ ਓਸਾਈਟ ਹੀ ਸੀ, ਅਤੇ ਜੇ ਆਪਾਂ ਪ੍ਰਾਇਮਰੀ ਫੋਲੀਕਲ ਦੀ ਗੱਲ ਕਰੀਏ ਇਹਦੇ ਵਿੱਚ ਵੀ ਪ੍ਰਾਇਮਰੀ ਓਸਾਈਟ ਹੀ ਹੈ, ਠੀਕ ਹੈ। ਅੱਗੇ ਹੁਣ ਮੈਂਸਟਰਲ ਸਾਈਕਲ ਦੇ ਵਿੱਚ ਇਹ ਪਾਰਟੀਸੀਪੇਟ ਹੋਇਆ, ਇਹਨੇ ਪਾਰਟੀਸੀਪੇਟ ਕੀਤਾ ਮੈਂਸਟਰਲ ਸਾਈਕਲ ਦੇ ਵਿੱਚ, ਇਹਨੂੰ ਮੌਕਾ ਮਿਲਿਆ ਅੱਗੇ ਮਤਲਬ ਆਪਣੇ ਆਪ ਨੂੰ ਓਵਮ ਵਿੱਚ ਕਨਵਰਟ ਕਰਨ ਦਾ। ਹੁਣ ਇਹਦੇ ਵਿੱਚ ਫਰਦਰ ਕੀ ਚੇਂਜਸ ਹੋਣਗੇ ਕਿ ਇਹ ਪ੍ਰਾਇਮਰੀ ਫੋਲੀਕਲ ਅੱਗੇ ਗਰੋ ਕਰੂਗਾ ਕਿ ਇਹਦੇ ਵਿੱਚ ਕਨਵਰਟ ਕਰੂਗਾ ਇਹ ਸੈਕੰਡਰੀ ਫੋਲੀਕਲ ਦੇ ਵਿੱਚ, ਠੀਕ ਹੈ। ਹੁਣ ਸੈਕੰਡਰੀ ਫੋਲੀਕਲ ਦੇ ਵਿੱਚ ਇਹ ਕਨਵਰਟ ਹੋਊਗਾ, ਦੈਟ ਮੀਨਸ ਇਹਦੇ ਸਰਾਊਂਡਿੰਗ ਗ੍ਰੈਨੂਲੋਸਾ ਸੈਲਸ ਦੀ ਲੇਅਰ ਹੋਰ ਜ਼ਿਆਦਾ ਵੱਧ ਜੂਗੀ ਅਤੇ ਨਾਲ ਹੀ ਨਾਲ ਇੱਕ ਕੈਵਿਟੀ, ਦੈਟ ਮੀਨਸ ਐਂਟਰਮ ਜਿਹਨੂੰ ਆਪਾਂ ਕਹਿੰਦੇ ਹਾਂ, ਉਹ ਫਾਰਮ ਹੋ ਜੂਗੀ। ਇਹ ਐਂਟਰਮ ਕਿੱਦਾਂ ਫਾਰਮ ਹੋਊਗੀ? ਜਿੱਥੇ ਗ੍ਰੈਨੂਲੋਸਾ ਸੈਲਸ ਜਿਹੜੇ ਨੇ ਇਹ ਤਾਂ ਨਹੀਂ ਕਿ ਹੈ ਨਾ ਸਾਰੇ ਸੈਲਸ ਡਿਵਾਈਡ ਕਰਨਗੇ, ਕਈ ਸੈਲਸ ਨਹੀਂ ਡਿਵਾਈਡ ਕਰਨਗੇ ਅਤੇ ਉਹ ਇੱਥੇ ਇੱਕ ਸਪੇਸ ਕ੍ਰੀਏਟ ਕਰ ਦੇਣਗੇ। ਇਸ ਤੋਂ ਇਲਾਵਾ ਗ੍ਰੈਨੂਲੋਸਾ ਸੈਲਸ ਦੇ ਆਲੇ ਦੁਆਲੇ ਇੱਕ ਹੋਰ ਲੇਅਰ ਡਿਵੈਲਪ ਹੋਊਗੀ ਜਿਹਨੂੰ ਆਪਾਂ ਕੀ ਨਾਮ ਦੇਵਾਂਗੇ? ਥੀਕਾ। ਸੋ ਦਿਸ ਇਜ਼ ਥੀਕਾ, ਜੋ ਕਿ ਐਕਸਟਰਨਲ ਲੇਅਰ ਹੈ ਸੈਕੰਡਰੀ ਫੋਲੀਕਲ ਦੀ। ਅੱਗੇ ਸੈਕੰਡਰੀ ਫੋਲੀਕਲ ਫਰਦਰ ਡਿਫਰੈਂਸ਼ੀਏਟ ਕਰੂਗਾ, ਠੀਕ ਹੈ, ਫਰਦਰ ਗਰੋ ਕਰੂਗਾ, ਕਿਚ ਕਨਵਰਟ ਹੋਊਗਾ ਇਹ? ਇਟ ਵਿਲ ਗੈਟ ਕਨਵਰਟਡ ਇਨਟੂ ਟਰਸ਼ਰੀ ਫੋਲੀਕਲ। ਸੋ ਆਹ ਜਿਹੜਾ ਟਰਸ਼ਰੀ ਫੋਲੀਕਲ ਹੈ, ਠੀਕ ਹੈ, ਫਰਦਰ ਜਿਹੜੇ ਆਪਣੇ ਗ੍ਰੈਨੂਲੋਸਾ ਸੈਲਸ ਨੇ ਉਹਨਾਂ ਵਿੱਚ ਫਰਦਰ ਡਿਫਰੈਂਸੀਏਸ਼ਨ ਹੋਊਗੀ। ਕਈ ਸੈਲਸ ਫਰਦਰ ਹੋਰ ਡਿਵਾਈਡ ਕਰਨਗੇ, ਕਈ ਨਹੀਂ ਕਰਨਗੇ। ਜਿਹੜੇ ਸੈਲਸ ਨਹੀਂ ਕਰਨਗੇ ਆਹ ਸਪੇਸ ਉਹਨਾਂ ਦੇ ਵਿੱਚ ਜ਼ਿਆਦਾ ਉਹਨਾਂ ਦੀ ਹੋਰ ਜ਼ਿਆਦਾ ਕ੍ਰੀਏਟ ਹੋ ਜੂਗੀ, ਠੀਕ ਹੈ। ਸੋ ਇਸ ਸਪੇਸ ਨੂੰ ਆਪਾਂ ਐਂਟਰਮ ਕਹਿ ਦਿੰਦੇ ਹਾਂ, ਫਲੂਇਡ ਫਿਲ ਕੈਵਿਟੀ ਵੀ ਕਹਿ ਦਿੰਦੇ ਹਾਂ। ਇਸ ਤੋਂ ਇਲਾਵਾ ਹੁਣ ਆਪਾਂ ਕੀ ਦੇਖਾਂਗੇ ਕਿ ਜਿਹੜਾ ਆਪਣਾ ਪ੍ਰਾਇਮਰੀ ਓਸਾਈਟ ਜਿਹੜਾ ਆਪਾਂ 3 ਸਟੇਜਿਸ ਤੋਂ ਦੇਖਦੇ ਆਉਂਦੇ ਹਾਂ ਉਹ ਹੁਣ ਕਿਚ ਕਨਵਰਟ ਹੋ ਜੂਗਾ? ਇਟ ਵਿਲ ਨਾਓ ਗੈਟ ਕਨਵਰਟਡ ਇਨਟੂ ਸੈਕੰਡਰੀ ਓਸਾਈਟ। ਕਲੀਅਰ? ਸੈਕੰਡਰੀ ਓਸਾਈਟ ਵਿੱਚ ਉਹ ਕਨਵਰਟ ਹੋ ਗਿਆ। ਨਾਲ ਹੀ ਨਾਲ ਜਿਹੜੀ ਥੀਕਾ ਹੈ, ਥੀਕਾ ਵਿਲ ਗੈਟ ਕਨਵਰਟਡ ਇਨਟੂ 2 ਲੇਅਰਸ। ਇੱਕ ਥੀਕਾ ਇੰਟਰਨਾ ਹੋ ਜੂਗੀ, ਦੂਜੀ ਥੀਕਾ ਐਕਸਟਰਨਾ ਹੋ ਜੂਗੀ। ਇਹ ਆਪਾਂ ਟਰਸ਼ਰੀ ਫੋਲੀਕਲ ਦੇ ਕੇਸ ਵਿੱਚ ਓਬਜ਼ਰਵ ਕਰਾਂਗੇ।
ਸੋ ਟਰਸ਼ਰੀ ਫੋਲੀਕਲ ਬਣਦਿਆਂ ਕੀ ਦੇਖਾਂਗੇ ਆਪਾਂ ਕਿ ਜਿਹੜੀ ਆਪਣਾ ਸੈਕੰਡਰੀ ਓਸਾਈਟ ਆ, ਠੀਕ ਆ, ਇਹਦੀ ਮਿਓਸਿਸ 1 ਸਟੇਜ ਜਿਹੜੀ ਕੰਪਲੀਟ ਹੋ ਜੂਗੀ। ਪਹਿਲਾਂ ਇਹ ਅਰੈਸਟਡ ਸੀਗਾ, ਇੱਥੇ ਤੱਕ ਇਹ ਅਰੈਸਟਡ ਸੀਗਾ, ਠੀਕ ਆ, ਬਟ ਹੁਣ ਇਹਦੀ ਮਿਓਸਿਸ 1 ਜਿਹੜੀ ਉਹ ਪੂਰੀ ਤਰ੍ਹਾਂ ਕੰਪਲੀਟ ਹੋ ਗਈ। ਇਸ ਤੋਂ ਅੱਗੇ ਹੁਣ ਟਰਸ਼ਰੀ ਫੋਲੀਕਲ ਕਿਹਦੇ ਵਿੱਚ ਕਨਵਰਟ ਹੋਊਗਾ ਅੱਗੇ ਗਰੋ ਕਰਕੇ, ਇਟ ਵਿਲ ਮੇਕ ਗ੍ਰੈਫੀਅਨ ਫੋਲੀਕਲ ਵਿੱਚ ਕਨਵਰਟ ਹੋਊਗਾ। ਜਦੋਂ ਇਹ ਗ੍ਰੈਫੀਅਨ ਫੋਲੀਕਲ ਬਣਾਊਗਾ ਉਦੋਂ ਜਿਹੜਾ ਆ ਸੈਕੰਡਰੀ ਓਸਾਈਟ ਆ, ਫੋਰ ਐਗਜ਼ਾਮਪਲ ਦਿਸ ਇਜ਼ ਸੈਕੰਡਰੀ ਓਸਾਈਟ, ਹੈ ਨਾ। ਸੋ ਇਹਦੇ ਆਲੇ ਦੁਆਲੇ ਕੀ ਹੋਊਗਾ, ਇਹਦੇ ਆਲੇ ਦੁਆਲੇ ਇੱਕ ਜ਼ੋਨਾ ਪੈਲੂਸੀਡਾ ਦੀ ਲੇਅਰ ਡਿਵੈਲਪ ਹੋ ਜੂਗੀ। ਆਲੇ ਦੁਆਲੇ ਜ਼ੋਨਾ ਪੈਲੂਸੀਡਾ ਦੀ ਲੇਅਰ ਡਿਵੈਲਪ ਹੋ ਜੂਗੀ। ਸੋ ਆਹ ਲੇਅਰ ਜਿਹੜੀ ਹੈ ਇਹ ਸੈਕੰਡਰੀ ਓਸਾਈਟ ਦੇ ਸਰਾਊਂਡਿੰਗ ਡਿਵੈਲਪ ਹੋ ਜਾਂਦੀ ਹੈ, ਠੀਕ ਹੈ, ਫॉर ਪ੍ਰੋਟੈਕਸ਼ਨ ਕਹਿ ਲਓ, ਠੀਕ ਹੈ। ਸੋ ਦਿਸ ਇਜ਼ ਆਵਰ ਮੈਚੁਰ ਗ੍ਰੈਫੀਅਨ ਫੋਲੀਕਲ। ਹੁਣ ਜਿਹੜਾ ਸੈਕੰਡਰੀ ਓਸਾਈਟ ਆ ਕੰਟੇਨਿੰਗ ਜ਼ੋਨਾ ਪੈਲੂਸੀਡਾ ਲੇਅਰ, ਉਹ ਹੁਣ ਕੀ ਹੋਊਗਾ, ਉਹ ਗ੍ਰੈਫੀਅਨ ਫੋਲੀਕਲ ਦੀ ਵਾਲ ਨੂੰ ਰਪਚਰ ਕਰੂਗਾ ਤੇ ਬਾਹਰ ਰਿਲੀਜ਼ ਹੋਊਗਾ। ਨਾਓ ਇਟ ਇਜ਼ ਰੈਡੀ ਟੂ ਗੈਟ ਰਿਲੀਜ਼ ਆਊਟ ਆਫ ਦ ਗ੍ਰੈਫੀਅਨ ਫੋਲੀਕਲ ਬਾਈ ਰਪਚਰਿੰਗ ਦ ਵਾਲ ਆਫ ਦ ਗ੍ਰੈਫੀਅਨ ਫੋਲੀਕਲ। ਬਟ ਆਪਾਂ ਦੇਖਾਂਗੇ ਕਿ ਜਿਹੜਾ ਸੈਕੰਡਰੀ ਓਸਾਈਟ ਬਾਹਰ ਆਇਆ ਹੈ ਉਹ ਪੂਰੀ ਤਰ੍ਹਾਂ ਓਵਮ ਵਿੱਚ ਅਜੇ ਕਨਵਰਟ ਨਹੀਂ ਹੋਇਆ, ਠੀਕ ਹੈ। ਓਵਮ ਵਿੱਚ ਉਹ ਕਦੋਂ ਕਨਵਰਟ ਹੋਊਗਾ, ਜਦੋਂ ਉਹਨੂੰ ਸਪਰਮ ਦੀ ਨਾਲ ਉਹਦੀ ਮੀਟਿੰਗ ਹੋਊਗੀ ਤੇ ਸਪਰਮ ਦੇ ਸੈਂਟਰੀਓਲ ਉਹਨੂੰ ਮਿਲੂਗਾ, ਫਿਰ ਉਹ ਕਿਹਦੇ ਵਿੱਚ ਕਨਵਰਟ ਹੋਊਗਾ, ਓਵਮ 'ਚ, ਜੋ ਕਿ ਆਪਾਂ ਲਾਸਟ ਕਲਾਸ 'ਚ ਆਲਰੇਡੀ ਡਿਸਕਸ ਕੀਤਾ ਸੀ। ਸੋ ਦਿਸ ਇਜ਼ ਅਬਾਊਟ formation of ovum. This is the diagrammatic section view of ovary which is given in your NCERT. So ਇਹਦੇ ਅਕੋਰਡਿੰਗ ਤੁਸੀਂ ਜੇ ਐਗਜ਼ਾਮ ਵਿੱਚ ਪੁੱਛਿਆ ਜਾਂਦਾ ਤੁਸੀਂ ਆਹ ਡਾਇਗਰਾਮ ਸ਼ੋ ਕਰ ਸਕਦੇ ਹੋ, ਠੀਕ ਹੈ। ਜੇ ਓਵਰੀ ਦਾ ਡਾਇਗਰਾਮ ਪੁੱਛਿਆ ਜਾਂਦਾ ਹੈ, ਸੋ ਦਿਸ ਇਜ਼ ਪ੍ਰਾਇਮਰੀ ਫੋਲੀਕਲ, ਦਿਸ ਇਜ਼ ਸੈਕੰਡਰੀ ਫੋਲੀਕਲ, ਦਿਸ ਇਜ਼ ਟਰਸ਼ਰੀ ਫੋਲੀਕਲ। ਇਹਦੇ ਵਿੱਚ ਐਂਟਮ ਜੋ ਫਲੂਇਡ ਕੈਵਿਟੀ ਸ਼ੋ ਕੀਤੀ ਗਈ ਹੈ। ਟਰਸ਼ਰੀ ਫੋਲੀਕਲ ਕਿਹਦੇ ਵਿੱਚ ਕਨਵਰਟ ਹੋ ਜਾਂਦਾ, ਗ੍ਰੈਫੀਅਨ ਫੋਲੀਕਲ ਵਿੱਚ। ਫਾਈਨਲੀ ਜਦੋਂ ਰਪਚਰ ਕਰਦਾ ਗ੍ਰੈਫੀਅਨ ਫੋਲੀਕਲ, ਓਵਮ ਬਾਹਰ ਰਿਲੀਜ਼ ਹੋ ਜਾਂਦਾ ਹੈ। ਸੋ ਦਿਸ ਇਜ਼ ਦਾ ਓਜੈਨਿਸਿਸ।